ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਸ ਸਮੇਂ ਅਸੀਂ ਟਿੱਕਰੀ ਬਾਰਡਰ ਵੱਲ ਨੂੰ ਵੱਧ ਰਹੇ ਹਾਂ ਤੇ ਲੰਮਾ ਕਾਫਲਾ ਤੁਸੀਂ ਦੇਖ ਸਕਦੇ ਹੋ ਟਰੈਕਟਰਾਂ ਦਾ, ਟਰਾਲੀਆਂ ਦਾ ਇਸ ਸਮੇਂ ਜੁੜਿਆ ਹੋਇਆ। ਅਫਵਾਹਾਂ ਜਿਹੜੀਆਂ ਨੇ ਉਹ ਆਏ ਦਿਨ ਉਡਾਈਆਂ ਜਾਂਦੀਆਂ ਨੇ ਇੱਥੋਂ ਦੇ ਸਰਕਾਰੀ ਮੀਡੀਆ ਵੱਲੋਂ, ਪਰ ਜਿਹੜਾ ਇਕੱਠ ਹੈ ਉਹ ਤੁਸੀਂ ਲਗਾਤਾਰ ਦੇਖ ਸਕਦੇ ਹੋ। ਸੈਂਕੜੇ ਨਹੀਂ, ਹਜ਼ਾਰਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੋਰਚੇ ਦੇ ਵਿੱਚ ਡਟੇ ਨਜ਼ਰ ਆ ਰਹੇ ਨੇ। ਬਜ਼ੁਰਗ ਠੰਡੀਆਂ ਰਾਤਾਂ ਠਰ ਰਹੇ ਨੇ ਸਿਰਫ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਰੱਖਣ ਵਾਸਤੇ। ਸੋ ਸੰਗਤ ਜੀ, ਸੈਂਕੜੇ ਹੀ ਟਰਾਲੀਆਂ 'ਚੋਂ ਗੁਜ਼ਰਦੇ ਹੋਏ ਅਸੀਂ ਮੇਨ ਸਟੇਜ ਦੇ ਕੋਲ ਪਹੁੰਚ ਚੁੱਕੇ ਹਾਂ। ਸੋ ਸਟੇਜ ਚਾਹੇ ਬੰਦ ਹੋ ਚੁੱਕੀ ਹੈ, ਪਰ ਉਸ ਤੋਂ ਵੀ ਇੱਕ ਮਹੱਤਵਪੂਰਨ ਚੀਜ਼, ਜ਼ਰੂਰੀ ਚੀਜ਼ ਤੁਸੀਂ ਮੇਰੀ ਬੈਕ ਸਾਈਡ 'ਤੇ ਦੇਖ ਸਕਦੇ ਹੋ। ਅਸਲ 'ਚ ਇਹਨੂੰ ਜ਼ਰੂਰੀ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਕੂਮਤ ਦਾ ਜ਼ਬਰ ਕਦੇ ਵੀ ਅਣਗੌਲਾ ਨਹੀਂ ਕੀਤਾ ਜਾ ਸਕਦਾ। ਉਹਦੇ 'ਤੇ ਆਵਾਮ ਦੀ ਨਜ਼ਰ ਪਵਾਉਣੀ, ਆਵਾਮ ਦੀ ਨਿਗਾਹ ਦੇ ਵਿੱਚ ਉਹ ਚੀਜ਼ ਲਿਆਉਣੀ ਬਹੁਤ ਜ਼ਰੂਰੀ ਹੈ। ਇੰਨੇ ਭੋਲੇ ਲੋਕ ਨੇ ਸਾਡੇ, ਇੰਨੇ ਸੱਚੇ ਦਿਲ ਨੇ ਕਿ ਇਹ ਇੱਕ ਸਰਹੱਦ ਬਣ ਚੁੱਕੀ ਹੈ। ਜਿਵੇਂ ਆਪਾਂ ਅੰਤਰਰਾਸ਼ਟਰੀ ਸਰਹੱਦਾਂ ਵੇਖਦੇ ਹਾਂ, ਪਹਿਲਾਂ ਧਰਮ ਦੇ ਨਾਂ 'ਤੇ ਸਰਹੱਦਾਂ ਬਣੀਆਂ, ਉਸ ਤੋਂ ਬਾਅਦ ਅੱਜ ਇਨਸਾਨੀਅਤ ਨੂੰ ਤਾਰੋ ਪੀਟ ਕਰਕੇ ਇੱਥੇ ਸਰਹੱਦਾਂ ਬਣ ਚੁੱਕੀਆਂ ਨੇ। ਤੇ ਇੱਕ ਤੁਹਾਨੂੰ ਬੜੀ ਦਿਲਚਸਪ, ਬੜੀ ਵਿਲੱਖਣ ਚੀਜ਼ ਵਿਖਾਵਾਂਗੇ ਕਿ ਇੱਥੇ ਉਹ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੜੇ ਹੋਏ ਆ। ਉਹ ਬਜ਼ੁਰਗ ਇਸ ਕਰਕੇ ਖੜੇ ਆ ਕਿ ਇੱਥੋਂ ਕੋਈ ਅੱਗੇ ਨਾ ਲੰਘ ਜਾਵੇ, ਕਿਉਂਕਿ ਮੇਰੇ ਖਿਆਲ ਨਾਲ ਇੱਥੇ 144 ਧਾਰਾ 144 ਅਗਲੇ ਪਾਸੇ ਲੱਗੀ ਹੋਈ ਹੈ ਤੇ ਵੱਡੀ ਫੋਰਸ ਖੜੀ ਹੋਈ ਹੈ। ਸੋ ਇਸ ਸਰਹੱਦ ਦੇ ਵਿਚਕਾਰ ਇਹ ਬਾਪੂ ਆਪਣੇ ਪੁੱਤਰਾਂ ਦੀ ਰਾਖੀ ਕਰਨ ਵਾਸਤੇ ਖੜਾ ਹੋਇਆ ਕਿ ਕਿਤੇ ਮੇਰਾ ਕੋਈ ਪੁੱਤ ਗਾਂਹ ਲੰਘ ਕੇ ਉਸ ਕਸਾਈਆਂ ਦੇ ਹੱਥ ਨਾ ਆ ਜਾਵੇ, ਜਿੱਥੇ ਸੈਂਕੜੇ ਸਾਡੇ ਨੌਜਵਾਨ ਪਹਿਲਾਂ ਹੀ ਉਹਨਾਂ ਨੇ ਨਜ਼ਰਬੰਦ ਕਰਤੇ ਹੋਇਆ, ਜਿਨ੍ਹਾਂ ਦਾ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਲੱਗਾ। ਸੋ ਸੰਗਤ ਜੀ, ਇਹਨਾਂ ਸਰਹੱਦਾਂ ਦੇ ਵਿੱਚੋਂ ਗੁਜ਼ਰਦੇ ਹੋਏ ਮੈਂ ਚਾਹਾਂਗਾ ਉਸ ਬਜ਼ੁਰਗ ਨਾਲ ਗੱਲਬਾਤ ਕਰੀਏ। ਆਪਣੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ 1 ਮਿੰਟ ਸਾਈਡ 'ਤੇ ਹੋਵੋ, ਬਜ਼ੁਰਗ ਨਾਲ ਗੱਲਬਾਤ ਕਰਾਂਗੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਤੁਹਾਨੂੰ ਦੇਖ ਰਹੇ ਹਾਂ, ਤੁਸੀਂ ਆਪਣੇ ਪੁੱਤਰਾਂ ਦੀ ਰਾਖੀ ਵਾਸਤੇ ਖੜੇ ਹੋ ਇੱਥੇ, ਕਿ ਤੁਹਾਡਾ ਕੋਈ ਪੁੱਤਰ ਇੱਥੋਂ ਅੱਗੇ ਲੰਘ ਕੇ ਉਹ ਕਸਾਈਆਂ ਦੇ ਹੱਥ ਨਾ ਚੜ੍ਹ ਜੇ। ਕਈ ਵਾਰੀ ਕੁੜੀਆਂ ਗੁੱਡੀਆਂ ਬੱਚਿਆਂ ਨੂੰ ਲੈ ਕੇ ਨਹੀਂ, ਜੇ ਸਾਡਾ ਬੱਚਾ ਵੀ ਉੱਥੇ ਖੋਲ੍ਹਣ, ਸਾਨੂੰ ਕਦੋਂ ਮਿਲਣ ਲੱਗਿਆ ਉਹ ਹੈ। ਅਤੇ ਦਿਨ ਅਤੇ ਰਾਤ ਕਰਕੇ ਉਹਨੇ ਇਹ ਬੰਨ ਲਾਏਗਾ। ਪਹਿਲੇ ਪਾਸੇ ਟੋਏ ਪੱਟੇ ਨੇ, ਕਿੱਲ ਗੱਡੇ ਨੇ ਸੜਕ ਦੇ ਉੱਤੇ, ਅਤੇ ਉਹ ਤਾਂ ਜ਼ਾਲਮ ਹੈ ਨਾ। ਬਾਪੂ ਜੀ, ਕਿਹੜਾ ਪਿੰਡ ਹੈ ਅਤੇ ਕਿੱਥੋਂ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਗਰੂਪ ਸਿੰਘ, ਹੀਰੋ ਕਲਾ, ਮਾਨਸਾ 'ਚ ਜੀ, ਜ਼ਿਲ੍ਹਾ ਮਾਨਸਾ ਹੈਗਾ। ਇਹ ਤੁਹਾਨੂੰ ਜਿਵੇਂ ਪਹਿਲਾਂ ਤੁਸੀਂ ਗੱਲਾਂ ਸੁਣਦੇ ਹੋਵੋਗੇ ਆਪਣੇ ਬਜ਼ੁਰਗਾਂ ਤੋਂ ਕਿ ਪਹਿਲਾਂ ਰਾਜਿਆਂ ਦਾ ਰਾਜ ਹੁੰਦਾ ਸੀ, ਉਦੋਂ ਰਾਜੇ ਐਂ ਕਰਦੇ ਸੀ, ਹੁਕਮ ਚਲਾਉਂਦੇ ਸੀ, ਲੋਕਾਂ ਤੋਂ, ਸਾਰੀ ਪ੍ਰਜਾ ਤੋਂ ਆਪਣੀ ਦਿਹਾੜੀ ਕਰਵਾਉਂਦੇ ਸੀ। ਅਤੇ ਇਹ ਤੁਹਾਨੂੰ ਲੱਗ ਨਹੀਂ ਰਿਹਾ ਕਿ ਉਸ ਤਰ੍ਹਾਂ ਦਾ ਤਾਨਾਸ਼ਾਹੀ ਰਾਜ ਚੱਲ ਰਿਹਾ? ਇੱਦਾਂ ਤਾਂ ਹੈ ਵੀ ਲੋਕਾਂ ਦੀ ਜ਼ਮੀਨ ਖੋਲ੍ਹੀ ਅਤੇ ਲੋਕਾਂ ਨੂੰ ਇਹਨੂੰ ਟੇਪਨ ਫੜਾ ਕੇ ਆਪਾਂ ਕੰਮ ਲਵਾਂਗੇ। ਇੱਥੇ ਫੈਕਟਰੀਆਂ ਸਰਕਾਰੀ ਹੋਣਗੀਆਂ। ਇਹ ਵੀ ਨਾ, ਇਹ ਹੁਣ ਬਾਘਾ ਬਾਰਡਰ ਬਣਾਤਾ ਤੁਹਾਡੇ ਸਾਹਮਣੇ, ਬਾਘਾ ਬਾਰਡਰ ਬਣੇ। ਉਹੀ ਮੈਂ ਗੱਲ ਕਰ ਰਿਹਾ ਕਿ ਇਹ ਸਰਹੱਦਾਂ ਬਣ ਚੁੱਕੀਆਂ ਨੇ ਅਤੇ ਇਸ ਸਰਹੱਦਾਂ ਦੀ ਰਾਖੀ ਵੀ ਸਾਨੂੰ ਆਪ ਹੀ ਖੜਨਾ ਪੈ ਰਿਹਾ, ਕਿਉਂਕਿ ਪਰਲੇ ਬੰਨੇ ਜਿਹੜੇ ਉਹ ਕਸਾਈ ਖੜੇ ਹੋਏ ਆ। ਜਮਾ ਕਸਾਈ ਖੜਿਆ ਜੀ, ਇਸ ਵਿੱਚ ਕੋਈ ਚੱਕਰ ਨਹੀਂ ਹੈਗਾ। ਅਤੇ ਉਹ ਇੱਧਰ ਸਪੀਕਰ ਲਾਤੇ, ਉੱਧਰ ਸਪੀਕਰ ਲਾ ਵੀ ਆਰਾਮ ਨਾਲ ਸੌਂ ਨਾ ਜਾਣ, ਰਾਤਾਂ ਨੂੰ ਚਲਾਈ ਜਾਂਦੇ ਆ। ਉਹਦੇ 'ਚ ਕੀ ਚਲਾਉਂਦੇ ਆ ਸਪੀਕਰ ਦੇ? ਆਹ ਕਰੋਨਾ ਫਲਾਣਾ ਤੋਂ ਕਿੱਥੇ ਕਰੋਨਾ ਹੋਈ ਹੈ ਕਿਹਨੂੰ? ਇਹ ਝੂਠ ਚੱਲ ਰਿਹਾ ਸਾਰਾ। ਮੂੰਹ ਬੰਨੋ ਹੀ ਫਲਾਣਾ ਕੋਲ ਸਾਰੀ ਰਾਤੀ ਕਰੀ ਜਾਣੀ, ਮੂੰਹ ਬੰਨੋ ਜੀ, ਤੇ ਸੌਣ ਨਹੀਂ ਦੇਣਾ ਬਸ। ਜਿਹੜਾ ਦ੍ਰਿਸ਼ ਹੈ ਉਹ ਜ਼ਰੂਰ ਤੁਹਾਡੇ ਜਜ਼ਬਾਤਾਂ ਨੂੰ ਹਿਲਾਉਣਾ ਦੇਵੇਗਾ, ਕਿਉਂਕਿ ਖਾਸ ਕਰਕੇ ਜਿਹੜੀ ਵਿਦੇਸ਼ਾਂ 'ਚ ਸੰਗਤ ਵੱਸਦੀ ਹੈ ਉਹ ਬੜੀ ਅਕਸਰ ਹੀ ਜਜ਼ਬਾਤੀ ਹੋ ਜਾਂਦੀ ਹੈ ਆਪਣੇ ਭਰਾਵਾਂ ਪ੍ਰਤੀ, ਜਿਹੜੇ ਕਿ ਇੱਥੇ ਠੰਡ ਦੇ ਵਿੱਚ ਇੱਕ ਲੜਾਈ ਲੜ ਰਹੇ ਆ ਪ੍ਰਸ਼ਾਸਨ ਦੇ ਨਾਲ, ਸਰਕਾਰ ਦੇ ਨਾਲ। ਸੋ ਇਹਨਾਂ ਦੀ ਕੀ ਰਵਾਇਤ ਹੈ ਸਾਡੇ ਪ੍ਰਤੀ, ਉਹ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਕਿ ਕਿੰਨੀ ਵੱਡੇ ਰਕਬੇ ਦੇ ਵਿੱਚ ਇਹਨਾਂ ਨੇ ਬੈਰੀਕੇਡ ਲਗਾ ਕੇ ਉੱਥੇ ਧਾਰਾ 144 ਲਾਗੂ ਕਰਕੇ ਅਤੇ ਕਿਸ ਤਰ੍ਹਾਂ ਜਿਹੜਾ ਪ੍ਰਸ਼ਾਸਨ ਹੈ, ਜਿਹੜਾ ਕਾਨੂੰਨ ਹੈ, ਉਹਨੂੰ ਛਿੱਕੇ ਟੰਗਿਆ। ਸੋ ਸੰਗਤ ਜੀ, ਸਾਨੂੰ ਸਭ ਨੂੰ ਬੜੀ ਰੌਣਕ, ਬੜੀ ਇੱਕ ਭਰਿਆ ਹੋਇਆ ਦ੍ਰਿਸ਼ ਨਜ਼ਰ ਆਉਂਦਾ ਹੈ, ਪਰ ਇਸ ਦ੍ਰਿਸ਼ ਦੇ ਵਿੱਚੋਂ ਵਿੱਚ, ਇਸ ਰੌਣਕ ਦੇ ਵਿੱਚੋਂ ਵਿੱਚ ਇਹਨਾਂ ਟਰਾਲੀਆਂ ਦੇ ਵਿੱਚ ਬੈਠੇ ਬਜ਼ੁਰਗ ਅਤੇ ਨੌਜਵਾਨ ਅਕਸਰ ਹੀ ਡੂੰਘੀਆਂ ਸੋਚਾਂ ਵਿੱਚ ਡੁੱਬ ਜਾਂਦੇ ਨੇ।
ਕਿਉਂਕਿ ਕਿਤੇ ਨਾ ਕਿਤੇ ਸਰਕਾਰ ਦੇ ਕੰਨ ਉੱਪਰ ਜੂੰ ਨਹੀਂ ਸਰਕ ਰਹੀ, ਜਿਸ ਨੂੰ ਜਗਾਉਣ ਵਾਸਤੇ, ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਨਵੀਆਂ ਯੋਜਨਾਵਾਂ, ਨਵੇਂ ਜਿਹੜੇ ਤਰੀਕੇ ਨੇ ਉਹ ਸਾਰਿਆਂ ਨੂੰ, ਕਿਸਾਨਾਂ ਨੂੰ ਜਾਂ ਆਗੂਆਂ ਨੂੰ ਵਰਤਣੇ ਪੈ ਰਹੇ ਨੇ। ਸੋ ਹਰ ਉਹ ਮੁਮਕਿਨ ਕੋਸ਼ਿਸ਼ ਸਾਡੇ ਭਰਾਵਾਂ ਵੱਲੋਂ ਕੀਤੀ ਜਾ ਰਹੀ ਹੈ, ਕਿਉਂਕਿ ਇਹ ਗਿਣਤੀਆਂ ਨੇ, ਇਹ ਇਕੱਠ ਕਰਨੇ ਬਹੁਤ ਜਿਵੇਂ ਕਹਿ ਸਕਦੇ ਹਾਂ ਸੌਖੇ ਨਹੀਂ ਗੇ, ਤੇ ਇਹਨਾਂ ਨੂੰ ਜਿਹੜਾ ਚਲਾਉਣਾ ਹੈ ਉਹ ਉਸ ਤੋਂ ਵੀ ਔਖਾ ਹੈ। ਕਰੀਬ 2 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਜਿਹੜਾ ਇਹ ਇਕੱਠ ਚੱਲ ਰਿਹਾ ਹੈ। ਇਹ ਵੀ ਬਾਪੂ ਸਾਨੂੰ ਸੇਵਾਦਾਰ ਹੀ ਨਜ਼ਰ ਆ ਰਹੇ ਨੇ ਇੱਥੇ, ਇਹਨਾਂ ਦੀ ਰਿਫਲੈਕਟਰ ਜਿਹੜੀ ਜੈਕਟ ਪਾਈ ਉੱਤੇ ਉਹ ਦੱਸ ਰਹੀ ਹੈ, ਤੇ ਇਹਨਾਂ ਨਾਲ ਗੱਲਬਾਤ ਕਰਦੇ ਆ। ਬਾਪੂ ਜੀ ਕੀ ਨਾਮ ਹੈ ਤੁਹਾਡਾ, ਕਿੱਥੋਂ ਪਹੁੰਚੇ ਹੋ? ਪਿੰਡ ਮੇਰਾ ਚੋਟੀਆ, ਨਾਮ ਮੇਰਾ ਚਰੰਜੀ ਹੈ ਜੀ। ਅੰਮ੍ਰਿਤ ਦਾ ਮੇਰਾ ਜਰਨੈਲ ਸਿੰਘ ਹੈ ਜੀ। ਸੋ ਤੁਸੀਂ ਸੇਵਾਦਾਰ ਨਜ਼ਰ ਆ ਰਹੇ ਹੋ, ਕਿਸ ਚੀਜ਼ ਦੀ ਸੇਵਾ ਇੱਥੇ ਕਰਦੇ ਹੋ? ਹਾਂਜੀ, ਆ ਸਟੇਟ ਸਾਡੀ ਹੈ ਜੀ। ਸੋ ਕਿਸ ਚੀਜ਼ ਦੀ ਸੇਵਾ ਤੁਸੀਂ ਇੱਥੇ ਨਿਭਾ ਇਹ ਰਹੇ ਸੇਵਾ ਜਿਹੜੀ ਮਾਂ ਹੈ ਮੇਰੀ, ਇਹ ਬਾਗੀ ਮੈਂ ਮਜ਼ਦੂਰ ਹਾਂ, ਐਸੀ ਬੇਸੀ ਹਾਂ। ਜਦੋਂ ਇਹ ਬਾਗੀ ਮੈਂ ਰੋਟੀ ਕਿੱਥੋਂ ਖਾਊਂਗਾ, ਮੇਰੇ ਬੱਚੇ ਕਿੱਥੋਂ ਪਾਲੂਗਾ? ਅੱਜ ਮੇਰਾ 400 ਰੁਪਏ ਦਾ ਖਰਚਾ ਹੈ ਚੁੱਲ੍ਹੇ ਦਾ, ਤੇ ਮੈਂ ਕਿੱਥੋਂ ਲਿਆਉਂਗਾ? ਬਿੱਲ ਹੈ ਮੈਨੂੰ 1800 ਦੇ ਹਿਸਾਬ ਨਾਲ ਮਹੀਨੇਦਾਰ ਹੈ, ਮੈਂ ਕਿੱਥੋਂ ਭਰੂੰਗਾ? ਜ਼ਿਮੀਂਦਾਰ ਖੂੰਜਾ ਵਿੱਚ ਕਿੱਥੋਂ ਕਿੱਧਰ ਭਰੂਗਾ? 10-10 ਹਜ਼ਾਰ ਦੀਆਂ ਸੇਟੀਆਂ ਕੱਟੀਆਂ ਨੇ ਸਾਨੂੰ, 75,000 ਰੁਪਇਆ ਕਰਕੇ ਜ਼ਮੀਨ, ਕਹਿੰਦਾ ਮੈਂ ਜ਼ਮੀਨ ਤੰਬੂ ਪਾ ਕੇ ਦੇਊਂਗਾ, ਖਲਾਲਾ ਚੀਜ਼ ਕਰੂੰਗਾ, ਉਹ ਵੀ ਨਹੀਂ ਕਰਿਆ। ਤੇ ਸਾਨੂੰ ਇੱਕ ਟੁਕੜੀ ਦੇ ਲਿਖਦੇ, ਇਹ ਪੈਰ ਚੋਂ ਲੁੱਚਾ ਬੇਈਮਾਨ ਕਰਕੇ ਨਾ ਸਾਨੂੰ ਲੁੱਟ ਕੇ ਲੈ ਗਿਆ। ਸਾਡਾ ਹਿੰਦੁਸਤਾਨ, ਪਾਕਿਸਤਾਨ, ਇੰਡੀਆ, ਭਾਰਤ ਚਾਰੇ ਖੂੰਠਾ ਖਾ ਲਿਆ ਇਹਨੇ, ਜੋਕਾਂ ਲਾਈਆਂ ਸਾਨੂੰ। ਅੰਗਰੇਜ਼ ਦਿਨ ਰਾਤ ਨੂੰ ਬੱਲੇ ਦਿਨੇ, ਇਹ ਰਾਜ ਦੇ ਦੋਲੀ ਜੋਕ ਲੱਗੀ ਸਾਡੇ, ਇਹ ਦੋਲੀ ਜੋਕ ਲੱਗੀ ਹੋਈ ਹੈ, ਕਦੇ ਕਿਤੇ ਜਾਣਾ, ਕਦੇ ਕਿਤੇ ਜਾਣਾ। ਇਹ ਕੱਟਰ ਮੇਰੇ ਪੰਜਾਬ ਜਿੱਤ ਕੇ ਉੱਥੇ ਮੇਰੇ ਖਨੌਰੀ ਦੇ ਵਿੱਚ ਨਾਕਾ ਲਾਇਆ ਨੇ, ਜਾ ਕੇ ਬੰਦ ਲਾਇਆ ਨੇ, ਜਾ ਕੇ ਮੈਂ ਤੋੜਿਆ, ਤੋੜ ਕੇ ਫਿਰ ਆਇਆ। 22 ਤਰੀਕ ਨੂੰ ਮੈਂ ਸਟੇਟ ਲੈ ਕੇ ਆ ਗਿਆ ਸੀ, ਤਾਰ ਕੇ ਮੈਂ ਇਹਦਾ ਜਿੱਥੇ ਬੈਠ ਜੋ ਦਾ ਬਾਦਸ਼ਾਹ ਹੈ ਉਹ ਦੇਖ ਕੇ ਮੈਂ ਬਿਮਾਰ ਹੋ ਗਿਆ, 8 ਦਿਨ ਪਿਆ ਰਿਹਾ, ਨਮੂਨੀਆ ਹੋ ਗਿਆ। ਇਹਨਾਂ ਭੋਲੀਆਂ ਅੱਖਾਂ ਦੇ ਵਿੱਚ ਅਥਰੂ ਨਜ਼ਰ ਆ ਰਹੇ ਨੇ, ਤੇ ਸੁਭਾਵਕ ਜੀ ਗੱਲ ਹੈ ਕਿ ਜਿਹੜਾ ਇੱਕ ਹਿਰਦਾ ਬਲੁੰਦਰਿਆ ਜਾਂਦਾ ਇਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆ, ਸਾਰੇ ਸੀਨ ਨੂੰ ਦੇਖਦਿਆਂ ਹੋਇਆਂ। ਇੱਕ ਸਵਾਲ ਸਾਡੇ ਮਨ ਦੇ ਵਿੱਚ ਆਉਂਦਾ ਜੋ ਅਸੀਂ ਆਪਣੇ ਬਜ਼ੁਰਗਾਂ ਨੂੰ ਕਰਨਾ ਚਾਹਾਂਗੇ। ਸੋ ਬਾਬਾ ਜੀ, ਤੁਸੀਂ ਜਦੋਂ ਬੈਰੀਕੇਡ ਤੇ ਨਜ਼ਰ ਮਾਰਦੇ ਹੋ ਤੇ ਇੱਕ ਸਰਹੱਦੀ ਜਿਹੜਾ ਇਹਨਾਂ ਨੇ ਇੱਕ ਕਹਿ ਸਕਦੇ ਆ ਉਹਨੂੰ ਵਿਊ ਦੇ ਦਿੱਤਾ, ਉਹ ਵੇਖ ਕੇ ਤੁਹਾਨੂੰ ਕੀ ਮਹਿਸੂਸ ਹੁੰਦਾ, ਕੀ ਜ਼ਿਹਨ ਚ ਆਉਂਦਾ, ਕਿਵੇਂ ਤੁਹਾਡੇ ਦਿਲ ਦੇ ਵਿੱਚ ਜਿਹੜੀ ਚੀਜ਼ ਮਹਿਸੂਸ ਹੁੰਦਾ ਹੈ ਵੀ ਇਹ ਜਿਵੇਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰ ਬਣਾਤਾ ਇਹਨਾਂ ਨੇ, ਵੀ ਸਾਨੂੰ ਵੀ ਜਿਵੇਂ ਬਿਲਕੁਲ ਨਹੀਂ ਨਾ ਲੰਘਣ ਦੇਣਾ। ਦਿੱਲੀ ਜਿਹੜੀ ਸਾਡੀ ਰਾਜਧਾਨੀ ਹੈ ਜੀ, ਦੇਖਣ ਨੂੰ ਸਾਡਾ ਹੁਣ ਕੀ ਅਸੀਂ ਦੇਖੀਏ ਕਿ ਅਸੀਂ ਵੀ ਕਿੱਥੋਂ ਫਾਜ਼ਿਲਕਾ, ਪੰਜਾਬ ਫਾਜ਼ਿਲਕਾ ਜਦੋਂ ਚੱਲ ਕੇ ਆਏ ਹਾਂ ਅਸੀਂ ਆਪਣੇ ਹੱਕਾਂ ਲਈ ਇੱਥੇ ਆਏ ਹਾਂ। ਅੱਗੋਂ ਇਹਨਾਂ ਨੇ ਵੇਖੋ ਕਿਵੇਂ ਬੈਰੀਕੇਡ ਲਾਏ ਆ, ਕੰਧਾਂ ਸੀਮਟ ਦੀਆਂ ਕੰਧਾਂ ਕੱਢਤੀਆਂ, ਕਿ ਕਿੱਲ ਲਾ ਦਿੱਤੇ ਵੀ ਇਹਨਾਂ ਦਾ ਕੋਈ ਅੱਗੇ ਸਾਧਨ ਹੀ ਨਾ ਕੋਈ ਜਾਵੇ। ਤੇ ਹੁਣ ਅਸੀਂ ਇਹਦੇ ਕੀ ਕਰ ਸਕਦੇ ਹਾਂ? ਜਿਹੜਾ ਮੋਦੀ ਬਾਬਾ ਜੀ ਆਪਣੇ ਹੱਕ ਲੈਣ ਆਏ ਸੀ, ਪਰ ਸਾਡੇ ਸੜਕ ਤੇ ਚੱਲਣ ਦੇ ਹੱਕ ਵੀ ਇਹ ਖੋ ਰਹੇ ਆ। ਖੋਹ ਲੈਣਾ ਜੀ, ਖੋਹ ਲੈਣਾ, ਬਿਲਕੁਲ ਖੋਹ ਲੈਣਾ ਜੀ। ਉਹ ਹੁਣ ਸੜਕਾਂ ਸਾਡੇ ਟੈਕਸਾਂ ਨਾਲ ਸੜਕਾਂ ਬਣੀਆਂ ਨੇ ਜਿਹੜੀਆਂ, ਇਹ ਸਾਡੇ ਕੋਲ ਲੈ ਕੇ, ਤੇ ਉਹ ਵੀ ਸਾਡੇ ਨੂੰ ਨਹੀਂ ਦਿੰਦੇ ਤੁਰਨ, ਤੇ ਫਿਰ ਅਸੀਂ ਹੁਣ ਕੀ ਕਰੀਏ ਇਹਦੇ ਵਿੱਚ? ਦੱਸੋ ਪਹਿਲਾਂ ਜੀ, ਬਹੁਤ ਬੁਰਾ ਹਾਲ ਸਾਡਾ ਕਰ ਰਹੇ ਨੇ ਜੀ। ਇਹ ਕਿਤੇ ਨਾ ਕਿਤੇ ਮਨ ਭਾਵੁਕ ਵੀ ਹੋ ਜਾਂਦਾ ਹੈ। ਮਨ ਭਾਵੁਕ ਤਾਂ ਹੋਇਆ ਹੀ ਪਿਆ ਜੀ, ਦੱਸੋ ਇਹਦੇ ਉੱਤੇ ਮਨ ਭਾਵੁਕ ਕਿਵੇਂ ਨਾ ਹੋਵੇਗਾ ਸਾਡਾ? ਦੱਸੋ ਪਹਿਲਾਂ ਜੀ। ਤੁਸੀਂ ਦੇਖ ਸਕਦੇ ਹੋ ਇੱਥੇ ਪੰਜਾਬੀਆਂ ਦੀ ਗਿਣਤੀ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸਾਡੇ ਹਰਿਆਣੇ ਦੇ ਭਰਾ ਨਜ਼ਰ ਆ ਰਹੇ ਆ, ਤੇ ਬਜ਼ੁਰਗ ਸਾਡੇ ਨਾਲ ਹਰਿਆਣਵੀ ਨੇ ਜਿਹੜੇ मौजूद ने। मैं जानना चाहूँगा क्या नाम है आपका और कौन से जिले से आए? मैं रोहतक जिले से हरिकृष्ण नाम है जी। हाँ, गांव मड़ौदी है। हम तो ये कह रहे हैं मोदी सरकार को एक बात कह रहे हैं, अगर मोदी सरकार ये जो किसान हैं, ये अन्नदाता हैं, ये मतलब पूरे संसार और जय जिया जून पूरे संसार की मान लो उनके अन्नदाता हैं, ये सबका पेट भरते हैं। आप कोई बात नहीं, गलती होगी आन के अन्नदाता के माफ़ी मांग लो, कानून वापस ले लो और हमारे बच्चे छोड़ दो, और हमने कोई नहीं तो यहाँ हमें चाहे 2 साल लगो, इतना कुर्सी मोदी सरकार की रहेगी, इतने यहाँ से कोई भी इंसान जाएगा नहीं। ये हमारे हरियाणा को प्रण ले लिया है, और पंजाब भाइयों को भी, पूरे भारत का किसान हर जगह से जुट गया है। आज ये बंगाल के भाई भी आए थे हमारे पास, और ये महाराष्ट्र के तमिलनाडु के भी मिले थे दिन में, उनने भी ये कहा है पूरा भारत बंद करके दिखाएंगे हम 6 तारीख को, जो किसान भाइयों ने निर्णय लिया है उसके बारे में। सर, एक रिपोर्ट आई है कि इंडिया के अंदर जो 718 डिस्ट्रिक्ट्स है, उसमें से लगभग 700 डिस्ट्रिक्ट्स के अंदर छोटे या बड़े स्तर पर ये आंदोलन उठ चुका है,
लेकिन जो सरकार क्या कर रही है कि डेमोक्रेसी के अंदर हमारा हक है, प्रोटेस्ट कर सकते हैं हम अपनी मांगों के लिए, सरकार इसको दबा रही है। जैसे कि इसका एग्जांपल हम बिहार और गुजरात जैसे स्टेट्स में ले सकते हैं। वहाँ पर पंचायतें जैसे पंचायतें होती हैं ना, तो पंचायतों को नहीं होने दिया जा रहा, ट्रैक्टर्स को फ्यूल नहीं दिया जा रहा, ट्रैक्टर्स को रोड पे ही नहीं आने दिया जा रहा, उसको नोटिस थमा दिए गए हैं। और एक चीज़ जैसे कि यूएन की भी रिपोर्ट आई है और अमेरिका ने भी अपने सिटीजन्स को कहा है कि आप इंडिया के अंदर विजिट ना करें ड्यू टू आरएसएस के टेररिज्म की वजह से। यूएन ने अपनी एक रिपोर्ट के अंदर रिलीजियस वायलेंस की वजह से इंडिया को रेड जोन में रखा है सीरिया और अफगानिस्तान के साथ, और उसने अंडरलाइन करके कहा है कि आप आरएसएस के टेररिज्म पे कंट्रोल कीजिए, आरएसएस पे बैन लगाइए, जिस पे कि सरदार वल्लभ भाई पटेल जी ने 1948 में बैन लगाया था। लेकिन सरकार क्या कर रही है कि हम फार्मर्स को ही टेररिस्ट घोषित कर रही है। क्या हमें अपनी कैपिटल के अंदर जाने की इजाज़त नहीं मिल सकती? कैसे सड़कें कौन खोदता है? जो कि नक्सली होते हैं ना, नक्सलियों के काम होते हैं। क्या सरकार पे ये केस नहीं होना चाहिए कि वो कैसे पब्लिक प्रॉपर्टी को ऐसे नुकसान पहुंचा रही है? आखिर क्यों ऐसा कर रही है सरकार हम देश के नागरिकों के साथ? और सबसे पहली चीज़ कि लोग कहते हैं कि ये फार्म लॉज है, बिना डिबेट बिना डिस्कशन के आप पार्लियामेंट के अंदर लाते हैं। राज्यसभा के अंदर उनके पास बहुमत नहीं था, फिर भी बिना वोटिंग, विपक्ष ने इतनी वोटिंग की मांग की, बिना वोटिंग के आपने बिना डिबेट और बिना डिस्कशन के पारित किए। आखिर क्यों? सबसे पहला क्वेश्चन तो यही आ जाता है। और फिर कहते हैं कि ये रिजोल्यूशंस इसको अमेंडमेंट लाएंगे, मतलब आखिर क्यों? इससे सिर्फ फार्मर्स का नुकसान नहीं है जो कि फार्मिंग से जुड़े हुए हैं, फार्मिंग प्रोडक्ट से जुड़े हुए हैं, जो कि अन्न खाते हैं, उस हर व्यक्ति का नुकसान है। जैसे कि मैं इसका थर्ड रिजोल्यूशन समझाता हूँ आपको, उसके अंदर स्टोरेज की खुली छूट दी गई है कि कोई लिमिट नहीं है, कितना भी स्टोर कर सकते हैं। आप खुद सोचिए, एक किसान जिसके घर की छत टपकती है, एक फसल उसके घर में आ जाए तो उसको ये समस्या हो जाती है कि मेहमान घर पे आ गए तो उनको कहाँ बैठाएं? वो किसान कहाँ से स्टोर करेगा, कहाँ से जमाखोरी करेगा? जो बड़े बड़े कॉरपोरेट्स हैं, जिनके पास बड़े बड़े गोदाम है, वो स्टोर करेंगे, जमाखोरी करेंगे, और जब बाजार में मांग बढ़ेगी, डिमांड इंक्रीज होगी, तो वो अपने मनमाने प्राइस पर, मनमाने दाम पर उसको बेचेंगे, जिससे कि पूरे देश का नुकसान होगा। जैसे कि किसान से 2 रुपये किलो आलू खरीद लिया तो उसको भंडारण कर लेंगे एक लिमिट से ज़्यादा, और जब बाजार में आलू की खपत बिल्कुल कम हो जाएगी, उस टाइम अपने मनमाने दाम पर 40-50 रुपये पर बेचेंगे। और अब आप और कुछ नहीं तो आप बजट के देख लीजिए, बजट से सबको उम्मीदें थी कि सरकार किसानों को खुश करने के लिए, किसान नाराज हैं तो बजट में कुछ ऐसा लेकर के आएगी कि किसान खुश हो जाए। तो आखिर सबसे पहला सवाल तो यही है कि क्या इस देश में डेमोक्रेसी बची है या फिर डिक्टेटरशिप की ओर बढ़ता जा रहा है? क्योंकि इंटरनेट तो हमारी ये मूलभूत सुविधाएं हैं, इंटरनेट तक बंद कर दिया है, हम अपनी आवाज़ पहुंचा नहीं पा रहे, मीडिया हमें बदनाम कर रही है। तो ये बात ये नहीं है कि हम अफवाहें फैलाते हैं, हम अपना काउंटर जवाब देते हैं कि मीडिया कोई भी फेक वीडियो या फेक फोटो हमारे खिलाफ सर्कुलेट करती है तो हम उसका काउंटर अपनी वीडियो या अपनी फोटोज़ के थ्रू जवाब देते हैं कि नहीं, ऐसा नहीं है, सत्य यह है, इस वीडियो का सत्य यह है। लेकिन हमारे वो हाथ काट दिए गए, हमारा इंटरनेट ही बंद कर दिया गया है। सबसे पहले तो यही चीज़ है कि इंटरनेट शुरू किया जाए, जो कि यहाँ पर विद्यार्थी भी हैं, यहाँ पर किसान मोर्चा के साथ साथ विद्यार्थी भी जुड़े हुए हैं जो कि अपने कॉलेज से अपडेटेड रहते हैं। तो हर किसी को समस्याएं हो रही हैं। रोड खुलवाने के लिए एक कार्य करती है कि सरकार अपने गुंडों को भेज देती है। आप कहते हो कि वो लोकल नागरिक है, आप एक बार यहाँ जाकर देखिए, फ्री में किसानों ने लंगर लगाए हुए हैं। जो लोकल नागरिक है ना, वो भी यहाँ आकर खाते हैं, पीते हैं, चाय की बोतल भरवा के ले जाते हैं, खाने का टिफिन भरवा के ले जाते हैं। वो इतने खुश हैं यहाँ किसानों के साथ मिलकर, आप उनसे खुद जाकर पूछिए। वो नहीं, वो लोकल नागरिक नहीं है इस प्रोटेस्ट से दुखी, वो पत्थरबाजी नहीं करते। पत्थरबाजी करने के लिए बीजेपी अपने 500 रुपए देकर आरएसएस के गुंडे भेजती है। तो और एक चीज कहती है सरकार की, किसानों ने तिरंगे झंडे का अपमान किया। आप खुद सोचिए, कोई भी आप जैसा या हम जैसा आदमी उस रोड पे ही नहीं जा सकता। पीएम हाउस के अंदर वो बंदा जाकर मीटिंग करता है, उनके साथ बैठ के करता है, फोटोज भी हैं बाकायदा, पीएम के साथ, गृह मंत्री के साथ और उनके 2 विधायकों के साथ, हेमा मालिनी के साथ और धर्मेंद्र जी के जो बेटे सनी देओल के साथ, उनके साथ उनकी फोटोज भी है। तो वो कोई आम नागरिक तो हो नहीं सकता। और मान लो कोई भी व्यक्ति है, आखिर क्यों उसको अब तक गिरफ्तार नहीं किया गया है? क्यों पत्रकारों को आप मनदीप सिंह
सिद्दीकी कप्पन, ऐसे ऐसे आप पत्रकारों को गिरफ्तार कर रहे हैं जो कि जमीन से जुड़ी रिपोर्ट्स लोगों तक पहुंचाते हैं। एक नारा दिया जा रहा है आज कि तुम मुझे पत्रकार दिखाओ, मैं तुम्हें एफआईआर दिखाऊंगा, क्योंकि हर सच्चे पत्रकार के खिलाफ किसी ना किसी प्रकार की कार्रवाई बैठाई जा रही है। आईटी सेल इनका उनको ट्रोल कर रहा है। तो ये जंग सिर्फ किसानों की जंग नहीं है, पूरे देश की जंग है और पूरे देश के अंदर ये आंदोलन उठ खड़ा हुआ है। तो आपसे यही उम्मीद है कि आप भी इस आंदोलन को सपोर्ट करेंगे। शीश महल में रहने वाले कहाँ समझते दाने को, शासन सत्ता के दम पे तैयार खड़े दफनाने को, और न जाने क्यों सिस्टम बन बैठा दुश्मन आज अन्नदाता का। खाते थे जो अन्न हमारा, आते थे जो लेने वोट हमारा, न जाने क्यों दौड़े आज हमें खाने को। जय हिंद, जय भारत, धन्यवाद। जिंदाबाद, जय जवान, जय किसान। भाई मेरा नाम है दिलावर सिंह सिगरोवा, गांव रिटोली, जिला रोहतक, और प्रदेश अध्यक्ष भारतीय किसान सेना जी। तो जो आपने प्रश्न रखा उसका ये स्पष्ट जाहिर है, क्यों कहते हैं कि दूध का जला छाछ को भी फूंक मारकर पीता है जी। अब सरकार ने ये देख लिया है कि ये आपके वैसे काबू मारने वाले हैं, क्योंकि इतना जन सैलाब है, एक तूफान की तरह खड़ा हो चुका है। आप जानते हो कि नॉर्मल हवा को रोक सकते हो, लेकिन तूफानों को कोई नहीं रोकता। जिसको रोकोगे, जिस तरह से रोकोगे उसको भी उड़ा ले जाएगी। और ये जो चारों तरफ से पूरे देश में एक आबो हवा की तरह किसान खड़े हो चुके हैं, इसलिए उन्होंने ये देख करके इतनी दहशत में, इतने भय में हैं कि इसको हमारी सेना है जो कि टॉप अपनी अलाइड फोर्सेज में आती है, वो भी पीछे रह जाएगी, क्योंकि किसानों कुछ नहीं कर सकते। क्योंकि किसान एक ऐसा है जो अन्नदाता है कि एक तरफ जवान है, दूसरी तरफ किसान है। जवान है, सरहद पे रक्षा करता है, और किसान पूरे देश का अन्न से पेट भरता है। और क्योंकि जन भावना बहुत बड़ी बात होती है, और जन भावना जो 26 तारीख को सरकार ने एक शाम दाम दंड भेद के तरीके अपना करके गुमराह करने की कोशिश की, उससे लोग बाहर निकल चुके हैं और ये समझ चुके हैं कि सरकार आंदोलन को किस लिए बर्बाद और तबाह करना चाहती है इन हथकंडों के माध्यम से। अब क्योंकि उससे बाहर निकल गए, लोग समझ चुके, और एक दोबारा एक जवार भाटा की तरह इस आंदोलन ने करवट ली है, और आए दिन किसान आंदोलन में लोगों की संख्या बढ़ती जा रही है और बढ़ती जा रही है। नेट बंद क्यों किया इन्होंने? नेट बंद करने का इनको नेट खोलो, फिर असि दसिए आंदोलन कैसा चलता है। नेट बंद करने का इनका ये भय है कि क्योंकि जो मेन मीडिया है, लगभग 163 जो चैनल हैं, वो सरकार ने सरमाएदार हैं, पूंजीपति, उद्योगपति हैं, उनके माध्यम से वो खरीद लिए हैं, और इसलिए जो मेन न्यूज हैं जो सरकार के फायदे की हैं, उनके फेवर की हैं, उस ढंग से पेश करते हैं। अब क्योंकि लोकल यूट्यूब वाले चैनल हैं, लोकल चैनल हैं, वो इसमें कुछ किसान भाइयों की आवाज़ है बुलंद कर रहे थे, और वो एक सोशल मीडिया बहुत ही इफेक्टिव हथियार था, और उसके उन सोचा कि इसको अगर नेट बंद कर दिया जाए तो इसमें फ़र्क पड़ेगा, लेकिन किसी की दिल की आवाज़ और मनोभाव खत्म नहीं कर सकते। जय जवान, किसान एकता, किसान एकता, किसान आंदोलन, किसान आंदोलन, किसान शहीदों की, किसान शहीदों की इनकलाब, इनकलाब, इनकलाब। जय हिंद, जय भारत। ਜਾਤ ਪਾਤ ਧਰਮ ਦੀ ਗੱਲ ਆਪਾਂ ਅਕਸਰ ਕਰਦੇ ਆਂ, ਰਾਜਾਂ ਦੀ ਗੱਲ ਕਰਦੇ ਆਂ, ਪਰ ਨਾਲ ਦੀ ਨਾਲ ਜੇ ਗੱਲ ਕਰੀਏ ਇੱਕ ਹਿੱਸਾ ਪਾਉਣ ਦੀ, ਤੇ ਮੈਨੂੰ ਲੱਗਦਾ ਇਸਤਰੀ ਤੇ ਪੁਰਸ਼ ਦੇ ਵਿੱਚ ਕੋਈ ਵੀ ਫਰਕ ਨਹੀਂ ਰਹਿੰਦਾ ਇਸ ਜਗ੍ਹਾ ਦੇ ਉੱਪਰ ਆ ਕੇ, ਇਸ ਧਰਤੀ ਦੇ ਉੱਪਰ ਆ ਕੇ, ਕਿਉਂਕਿ ਜਦੋਂ ਅਸੀਂ ਸੰਘਰਸ਼ ਦੀ ਧਰਤੀ ਤੇ ਆ ਜਾਂਦੇ ਆ ਤੇ ਫਿਰ ਸਾਰੇ ਇੱਕ ਬਰਾਬਰ ਹੀ ਹੁੰਦੇ ਨੇ, ਸਾਰਿਆਂ ਦੇ ਜਜ਼ਬਾਤ ਤੇ ਸਾਰਿਆਂ ਦੀ ਜ਼ਿੰਮੇਵਾਰੀ ਬਰਾਬਰ ਹੀ ਹੁੰਦੀ ਏ। ਸੋ ਸਾਡੀਆਂ ਬੀਬੀਆਂ ਸਾਡੇ ਨਾਲ ਖੜੀਆਂ ਨੇ, ਹਰਿਆਣੇ ਦੀਆਂ ਇਹ ਮਾਤਾਵਾਂ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ, ਇਹਨਾਂ ਦੇ ਵਿਚਾਰ ਜਾਣਾਂਗੇ ਕਿ ਇਹਨਾਂ ਦੇ ਜ਼ਿਹਨ 'ਚ ਕੀ ਭਰਿਆ, ਕੀ ਇਹਨਾਂ ਨੂੰ ਮਹਿਸੂਸ ਹੁੰਦਾ ਜਿਹਦੇ ਕਰਕੇ ਇੱਥੇ ਡਟੀਆਂ ਹੋਈਆਂ ਨੇ। हाँ जी, मैं अपने प्रधानमंत्री तक ये आवाज़ पहुंचाना चाहती हूं कि मेरे प्रांत के, मेरे देश के हर नागरिक को उसका अधिकार मिलना चाहिए, और जो ज़मीन है जब मेरी पॉपुलेशन बढ़ेगी तो वो ज़मीन घटेगी। मैं इस किसान की बेटी होने के नाते मैं इस किसान का हक दिलाना चाहती हूँ, और मैं ये चाहती हूँ कि इस किसान को इज्जत मिले
और जो आदमी किसान खेती बाड़ी करता है उसको इज्जत की दृष्टि से देखा जाए। मेरे देश के अंदर जो सर्विस करता है उसके पास पैसा है, जो बिजनेस करता है उसके पास पैसा है। ऐसे ही मैं अपना अधिकार मांग रही हूँ, मैं भीख नहीं मांग रही। मेरे देश का हर नागरिक किसान के साथ है। कि सबसे बड़ी बात है इस आंदोलन ने हर स्त्री पुरुष बड़ा छोटा स्टेट हर आदमी को एक कर दिया। इस एकता के लिए मैं मोदी को धन्यवाद करती हूँ, क्योंकि उसने कभी हमारे को एक नहीं होने दिया। लेकिन हम चाहते हैं कि मेरे देश का एक एक नागरिक एक हो। हिंदू, मुस्लिम, सिख, ईसाई कोई भी अलग नहीं है, सब एक हैं। मेरे को अपने अधिकार का पता है और मेरे को मेरा अधिकार ही मिलना चाहिए। मैं इस देश की बेटी होने के नाते मोदी जी से रिक्वेस्ट करती हूँ कि इतने दिन से ये लोग बैठे हैं, इनकी फसल का नुकसान हो रहा है, इनकी सेहत का नुकसान हो रहा है, इनके पैसे का नुकसान है। वो दिल्ली के अंदर आप बोल रहे थे कि वाघा बॉर्डर का माहौल बना दिया। हाँ, दिल्ली के अंदर है ये, हाँ, कैसे लग रहा है? ये मेरे को ऐसे लग रहा है जब हम दिल्ली तक अपनी आवाज़ पहुंचाना चाहते हैं और यहाँ हमारे बैरिकेड लगा दिए, इतनी आर्मी खड़ी है, वो किस लिए खड़ी है, वो क्यों खड़ी है? हम देश की संपत्ति, वो मेरी जेब के संपत्ति है, मेरी कमाई की संपत्ति है। मैं अपने देश की किसी भी संपत्ति का नुकसान नहीं पहुंचाना चाहती और मेरे देश का कोई भी नागरिक अपनी संपत्ति का नुकसान नहीं पहुंचाना चाहता। अगर किसी ने एक झंडा फहरा दिया आपके उनके बहकावे में आकर, वो एक इंसान दोषी है, बाकी कोई दोषी नहीं है। उस चीज़ के लिए कोई भी दोषी नहीं है। जिस आदमी ने कराया उसने किया, वो उसकी भावना उससे पूछी जाए, उसकी क्या भावना रही होगी, वो बीजेपी का बंदा है या उसकी अपनी कोई भावना है, बाकी कोई भी आदमी इसके लिए दोषी नहीं है। अभी नई बात सामने आई कि जो ट्रेन पे जो किसान वीर यहाँ पे हाँ, को गलत दिशा में भेज दिया। ये सबसे गलत बात है। आप इस आंदोलन को नहीं रोक सकते, ये नहीं रुकेगा। अगर इतने आप हमारा हक नहीं दोगे, इतने कुछ भी नहीं रुकने वाला। हम यहाँ शांति से बैठेंगे, अपना हक लेके ही जाएंगे। हाँ, हक के बगैर हम नहीं जाएंगे। सरकार डर पैदा कर रही है कि सरकार जो पथरावबाजी की हम उसके बाद में आप यहाँ पे रुकते हो, हाँ, आपको डर नहीं लगता? हमारे को बिल्कुल भी डर नहीं लगता। यहाँ इतना बड़ा भाईचारा है, यहाँ भाईचारे की मिसाल अगर बीजेपी को सीख लेनी है तो यहाँ आके देखनी चाहिए, तब पता चलेगा कि तुम क्या करते हो। गुजरात में तुमने क्या किया, रोहतक में तुमने क्या किया, यूपी में तुमने क्या किया। लेकिन यहाँ देखो, जब हम मुट्ठी भर आदमियों को तुम बहका सकते हो, लेकिन पूरे हिंदुस्तान को तुम नहीं बहका सकते। वो आपने गरीब का आंचल फैला के एक गरीब माँ के बेटे की हैसियत से आपने कुर्सी ले ली, लेकिन वो कुर्सी वो टाइम बताएगा कुर्सी किसको मिलेगी। कुर्सी उसको मिलेगी जो इस देश के नागरिक का इज्जत करेगा, उसको अधिकार देगा और उसको सम्मान से जिया जाएगा उससे। जब उसके पास पैसे नहीं होंगे तो वो कैसे क्या करेगा, वो क्राइम करेगा, वो सुसाइड करेगा। क्या किसान को कितना वो मिलता है पैसा, उसकी फसल का पैसा क्यों नहीं मिलता? वो एक कलम आपको क्यों तंग कर रही है, किस लिए तंग कर रही है, कि वो क्यों तंग कर रही है वो कलम आपको? जी हाँ, कि मेरा रेट ये बिल्कुल है, जी। 1800 तो संगत जी है मेरे, तो वो कलम क्यों नहीं चलनी चाहिए? वो चलनी चाहिए। हाँ, और वो आपको फसल का बीमा, फसल का बीमा क्यों नहीं मिल रहा? किसान को उसका हक, किसान को नीची दृष्टि से क्यों देखा जाता है कि ये किसान खेती करता है? जिसके घर में एक नौकरी आ जाए उसको सम्मान से देखा जाएगा, क्यों किसान को देखा जाना चाहिए? क्योंकि नौकरी के बाद भी तो उसको यही चीजें की जरूरत होगी। हाँ, बिल्कुल होगी, बिल्कुल होगी। नौकरी वाला ये सोच नहीं रहा। हाँ, उसको सोचना चाहिए और वो सोच भी रहा है। ये मोदी का बुलावा है कि नौकरी वाला नहीं सोच रहा, नौकरी वाला भी सोच रहा है। वो उसके घर में जो आदमी है वो यहाँ आ रहा है, सब अपना योगदान दे रहे हैं, के घर से दे रहे हैं। कोई गरीब है, अमीर है, से ये कह रहे हैं कि पैसा बाहर से आ रहा है, किसी के बाहर से नहीं आ रहा। हर घर से 100-100 रुपये आ रहे हैं। चाहे किसी का 50 रुपये का ब्यों तो वो 50 दे देगा, किसी का ब्यों तो 10 रुपये की 1 किलो गाजर देने का वो गाजर लेके आएगा, किसी का ब्यों तो 1 किलो आटा देने का वो 1 किलो आटा लेके आ जाएगा। वो किसी का पैसा नहीं है, ये मेहनत का और खून पसीने का पैसा है।
ਸੋ ਸੰਗਤ ਜੀ किसान एकता किसान एकता किसान एकता किसान एकता नहीं झुकेंगे नहीं झुकेंगे अधिकार लेंगे लेके रहेंगे हाँ हाँ सुसाइड नहीं करेंगे मजबूत कौम है बहादुर कौम है नहीं करेंगे अधिकार लेके ਗੱਲ ਆਂਟੀ ਜੀ ਦੀ ਬਹੁਤ ਵਧੀਆ ਲੱਗੀ ਕਿ ਇਹ ਕਹਿ ਰਹੇ ਆ ਕਿ ਸੁਸਾਈਡ ਨਹੀਂ ਕਰਾਂਗੇ। ਲੱਗ ਰਿਹਾ ਕਿ ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਦੀਆਂ ਤਸਵੀਰਾਂ ਉਹਨਾਂ ਦੇ ਛਾਵੇਂ ਖੜ ਕੇ ਇਹਨਾਂ ਤਸਵੀਰਾਂ ਦਾ ਐਸਾ ਪਰਛਾਵਾਂ ਪਿਆ ਇਹਨਾਂ ਲੋਕਾਂ ਦੇ ਉੱਪਰ, ਸਾਡੀਆਂ ਮਾਤਾਵਾਂ ਦੇ ਉੱਪਰ, ਕਿ ਜਿਹੜੀਆਂ ਛੋਟੀ ਛੋਟੀ ਗੱਲੋਂ ਸਾਡੀਆਂ ਮਾਤਾਵਾਂ ਘਬਰਾ ਜਾਂਦੀਆਂ ਨੇ ਤੇ ਉਹ ਦਲੇਰ ਬਣ ਕੇ ਸ਼ੇਰਨੀਆਂ ਬਣ ਕੇ ਇਹਨਾਂ ਮੋਰਚਿਆਂ ਦੇ ਉੱਪਰ ਉਹ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਅੰਦੋਲਨ ਦਾ ਹਿੱਸਾ ਬਣੀਆਂ ਹੋਈਆਂ ਨੇ, ਇਸ ਅੰਦੋਲਨ ਦੀ ਸ਼ਕਤੀ ਬਣੀਆਂ ਹੋਈਆਂ ਨੇ, ਪਾਵਰ ਬਣੀਆਂ ਹੋਈਆਂ ਨੇ। ਸੋ ਇਹ ਸ਼ਕਤੀ ਬਣੀਆਂ ਹੋਈਆਂ ਨੇ। ਸੋ ਸਾਨੂੰ ਲੱਗ ਰਿਹਾ ਹੈ ਕਿ ਇਹ ਜਿਹੜੀ ਸ਼ਕਤੀ ਹੈ ਇਸ ਮੋਰਚੇ ਨੂੰ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਹੋਵੇਗੀ ਤੇ ਜੇ ਮੋਰਚਾ ਬਰਕਰਾਰ ਰਹੇਗਾ ਤੇ ਜਿਹੜੀ ਜਿੱਤ ਹੈ ਉਹ ਯਕੀਨੀ ਇਹਨਾਂ ਬੀਬੀਆਂ ਦੇ, ਇਹਨਾਂ ਬੱਚਿਆਂ ਦੇ, ਇਹਨਾਂ ਬਜ਼ੁਰਗਾਂ ਦੇ ਤੇ ਇਹਨਾਂ ਨੌਜਵਾਨਾਂ ਦੇ ਝੋਲੀ ਪਵੇਗੀ। ਸੋ ਜਿਸ ਤਰ੍ਹਾਂ ਅਸੀਂ ਪਿੰਡਾਂ ਦੇ ਵਿੱਚ ਆਪਣੇ ਬਜ਼ੁਰਗਾਂ ਦੀਆਂ ਸੱਥਾਂ ਦੇਖਦੇ ਹਾਂ, ਪਿੱਪਲਾਂ ਦੇ ਬੋੜਾਂ ਦੇ ਦੁਆਲੇ ਬੈਠ ਕੇ ਉਹ ਵਿਚਾਰਾਂ ਕਰਦੇ ਨੇ, ਵਿਉਂਤਬੰਦੀਆਂ ਘੜਦੇ ਨੇ, ਪਿੰਡ ਦੇ ਭਲੇ ਵਾਸਤੇ, ਸਮਾਜ ਦੇ ਭਲੇ ਵਾਸਤੇ ਯੋਜਨਾਵਾਂ ਕਰਦੇ ਆ। ਸੋ ਇੱਥੇ ਪਿੱਪਲ ਜਾਂ ਬੋੜ ਤਾਂ ਨਹੀਂ, ਪਰ ਸਰਕਾਰਾਂ ਵੱਲੋਂ ਬਣਾਏ ਗਏ ਇਸ ਫਲਾਈਓਵਰ ਦੇ ਥੱਲੇ ਜੋ ਮੈਟਰੋ ਦੇ ਜਿਸ ਤੋਂ ਗੁਜ਼ਰਦੀ ਏ ਉਹਦੇ ਥੱਲੇ ਬੈਠ ਕੇ ਖੁੰਡ ਚਰਚਾ ਜਿਹੜੀ ਚੱਲ ਰਹੀ ਸੀ। ਸੋ ਅਸੀਂ ਚਾਹਿਆ ਕਿ ਜਿਹੜੀ ਗੱਲਬਾਤ ਇਹ ਬਜ਼ੁਰਗਾਂ ਦੀ ਸੁਣੀਏ, ਕਿਉਂਕਿ ਵਿਦੇਸ਼ਾਂ 'ਚ ਜਿਹੜੀ ਬੈਠੀ ਸੰਗਤ ਦੇਖਦੀ ਉਹਨਾਂ ਨੂੰ ਕਾਫੀ ਆਪਣਾਪਨ ਮਹਿਸੂਸ ਹੁੰਦਾ ਹੈ ਇਸ ਸਾਰੇ ਦ੍ਰਿਸ਼ ਦੇ ਵਿੱਚੋਂ। ਸੋ ਇੱਕ ਵੀਰ ਨੌਜਵਾਨ ਭਰਾ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ, ਇਹ ਜਿਹੜੇ ਆਪਣੇ ਵਿਚਾਰ ਨੇ ਉਹ ਪੇਸ਼ ਕਰਨ। ਸਤਿ ਸ਼੍ਰੀ ਅਕਾਲ ਜੀ। ਅਸੀਂ ਜੀ ਆਹੀ ਇਲੈਕਸ਼ਨਾਂ ਬਾਰੇ ਗੱਲ ਕਰ ਰਹੇ ਹਾਂ ਵੀ ਜਿਸ ਤਰ੍ਹਾਂ ਤਕਰੀਬਨ ਜਦੋਂ ਦਾ ਦੇਸ਼ ਸਾਡਾ ਆਜ਼ਾਦ ਹੋਇਆ ਉਸ ਤੋਂ ਬਾਅਦ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਅਸੀਂ ਕਦੇ ਜੀ ਅਕਾਲੀ ਆ ਗਏ, ਕਦੇ ਕਾਂਗਰਸੀ ਆ ਗਏ, ਇਹਨਾਂ ਨੇ ਵਾਰੀ ਬੰਨੀ ਹੋਈ ਆ। ਇਹਨਾਂ ਨੂੰ ਅਸੀਂ ਜਿਤਾ ਰਹੇ ਹਾਂ। ਅਸੀਂ ਭਰਾ ਜਿਹੜੇ ਆਪ ਆ ਅਸੀਂ ਲੜਦੇ ਹਾਂ ਪਿੰਡਾਂ ਦੇ ਵਿੱਚ ਤੇ ਇੱਕ ਦੂਜੇ ਦੇ ਅਸੀਂ ਸਿਰ ਪਾੜਦੇ ਹਾਂ। ਅਸੀਂ ਇਹ ਸੋਚਦੇ ਹਾਂ ਵੀ ਜਿਹੜੇ ਸਾਫ਼ ਬੰਦੇ ਆ, ਸਾਫ਼ ਅਕਸ ਵਾਲੇ ਆ, ਚਾਹੇ ਸਾਡੇ ਕਿਸਾਨ ਨੇ, ਚਾਹੇ ਹੋਰ ਭਾਈਚਾਰੇ ਨੇ ਜਿਹੜੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਕਿਸਾਨੀ ਘੋਲ ਦੇ ਵਿੱਚ, ਉਹਨਾਂ ਬੰਦਿਆਂ ਨੂੰ ਮੂਹਰੇ ਲਿਆ ਕੇ ਤੇ ਉਹਨਾਂ ਬੰਦਿਆਂ ਨੂੰ ਜਿਤਾਈਏ ਜਿਹੜੇ ਸਾਡੀ ਆਵਾਜ਼ ਉਠਾਉਣ, ਸਾਡੀ ਗੱਲ ਕਰਨ। ਜੀ, ਸੋ ਬੜੀਆਂ ਸਾਰਥਕ ਗੱਲਾਂ ਇੱਥੇ ਅਸੀਂ ਸੁਣ ਸਕਦੇ ਹਾਂ, ਸਾਰਥਕ ਵਿਚਾਰਾਂ ਸਾਡੇ ਭਰਾ ਕਰ ਰਹੇ ਆ। ਇਹ ਸਾਰੇ ਟਿੱਕਰੀ ਬਾਰਡਰ ਦੇ ਦ੍ਰਿਸ਼ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ। ਇੱਥੇ ਇੱਕ ਹੋਰ ਸੂਝਵਾਨ ਭਾਈ ਸਾਹਿਬ ਸਾਡੇ ਸਾਹਮਣੇ ਬੈਠੇ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਹੋਰ ਅੰਕਲ ਜੀ, ਕਿਹੜੀਆਂ ਵਿਚਾਰਾਂ ਜਿਹੜੀਆਂ ਇੱਥੇ ਚੱਲ ਰਹੀਆਂ ਨੇ, ਮੈਂ ਚਾਹੁੰਦਾ ਤੁਸੀਂ ਚਾਨਣਾ ਪਾਓ ਇੱਕ ਵਾਰ। ਵੇਖੋ ਜੀ, ਅਸੀਂ ਇੱਥੇ ਜੋ ਬੀਤੇ 'ਚ ਹੋਇਆ 26 ਤਰੀਕ ਤੋਂ ਲੈ ਕੇ ਜੋ ਕੁਝ ਹੋ ਰਿਹਾ ਨਾ, ਅਸੀਂ ਉਸ ਵਿਸ਼ੇ 'ਤੇ ਚਰਚਾ ਕਰ ਰਹੇ ਸੀ ਕਿ ਸਾਡੇ ਭਰਾ ਜਿਹੜੇ ਪੰਜਾਬ 'ਚ ਕੁਝ ਬੈਠੀਆਂ ਪਾਰਟੀਆਂ, ਰਾਜਨੀਤਿਕ ਪਾਰਟੀਆਂ, ਜੋ ਉਹਨਾਂ ਨੇ ਇਹ ਭਾਜਪਾ ਸਰਕਾਰ ਨਾਲ ਮਿਲ ਕੇ 26 ਤਰੀਕ ਨੂੰ ਜੋ ਕੋਈ ਝੰਡੇ ਚਲਾਏ, ਜੋ ਸਾਨੂੰ ਗੁੰਮਰਾਹ ਕੀਤਾ ਸਾਡੇ ਨੌਜਵਾਨਾਂ ਨੂੰ, ਔਰ ਸਾਨੂੰ ਇਹ ਤਸ਼ੱਦਦ ਸਾਡੇ 'ਤੇ ਕਰਵਾਇਆ, ਇਸ ਵਿਸ਼ੇ 'ਤੇ ਅਸੀਂ ਸਾਰੀਆਂ ਵਿਚਾਰਾਂ ਸਾਰੇ ਭਰਾ ਕਰ ਰਹੇ ਹਾਂ ਵੀ ਕਿਹਨੇ ਕੀਤਾ, ਕਿਹਨੇ ਕਰਾਇਆ, ਕੀ ਕੁਝ ਹੋਇਆ। ਇੱਥੇ ਨਵੀਂ ਵਿਉਂਤਬੰਦੀ ਸਰਕਾਰ ਵੀ ਕਰ ਰਹੀ ਹੈ ਤੇ ਅਸੀਂ ਵੀ ਆਪਦੀਆਂ ਫੁੱਲ ਤਿਆਰੀਆਂ ਕਰ ਰਹੇ ਹਾਂ ਕਿ ਅਸੀਂ ਜੋ ਸਰਕਾਰ ਕਰੇਗੀ ਅਸੀਂ ਅੱਗੋਂ ਨਿਬੜਾਂਗੇ, ਤਿਆਰ ਹਾਂ। ਪਰ ਅਸੀਂ ਬੜੀ ਸ਼ਾਂਤੀ ਦੇ ਨਾਲ ਨਿਬੜਾਂਗੇ। ਸਾਡਾ ਜਿਹੜਾ ਅੰਦੋਲਨ ਸ਼ਾਂਤੀਪੂਰਨ ਰਹੇਗਾ। ਜਿਵੇਂ ਅਸੀਂ ਬੈਠੇ ਹਾਂ, ਅਸੀਂ ਹੱਥ ਨਹੀਂ ਉਠਾਉਣਾ। ਅਕਸਰ ਅੱਤ ਦਾ ਵੀ ਵੈਰ ਹੁੰਦਾ ਤੋ ਸਾਡੇ ਸੰਤਾਂ, ਮਹਾਤਮਾ ਤੇ ਮਹਾਂਪੁਰਸ਼ਾਂ ਤੇ ਜਿਵੇਂ ਪੁਰਾਣਾ ਇਤਿਹਾਸ ਹੈ ਸਾਡੇ, ਬਾਬਾ ਬੰਦਾ ਸਿੰਘ ਬਹਾਦਰ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰਾ ਪਰਿਵਾਰ ਵਾਰਿਆ ਤੇ ਉਸ ਤੋਂ ਬਾਅਦ ਵੀ ਅਸੀਂ ਉਹ ਬਦਲੇ ਲਏ ਨੇ। ਜੋ ਅਸੀਂ ਇੱਕ ਤਰ੍ਹਾਂ ਦਾ ਸਮਾਂਗੇ ਸਰਕਾਰ ਦਾ ਜੋ ਜ਼ੁਲਮ ਹੈ, ਉਸ ਤੋਂ ਬਾਅਦ ਆਉਣ ਵਾਲੇ ਸਮੇਂ 'ਚ ਸਾਨੂੰ ਇਹ ਪੂਰੀ ਉਮੀਦ ਹੈ ਕਿ ਅਸੀਂ ਜਿੱਤ ਕੇ ਜਾਵਾਂਗੇ। ਸੋ ਇਹ ਕਹਿ ਸਕਦੇ ਹਾਂ ਕਿ ਜਦੋਂ ਤੱਕ ਇਸ ਤਰ੍ਹਾਂ ਵਿਚਾਰਾਂ ਹੁੰਦੀਆਂ ਰਹਿਣਗੀਆਂ, ਇਸ ਤਰ੍ਹਾਂ ਵਿਉਂਤਬੰਦੀਆਂ ਘੜੀਆਂ ਜਾਣਗੀਆਂ, ਉਦੋਂ ਤੱਕ ਹਮੇਸ਼ਾ ਅਸੀਂ ਜਿੱਤ ਵੱਲ ਹੀ ਵਧਾਂਗੇ। ਜਿੱਤ ਦੇ ਪੈੜਾਂ ਦੇ ਉੱਤੇ ਜਿਹੜੇ ਸਾਡੇ ਕਦਮ ਨੇ ਉਹ ਚੱਲਦੇ ਰਹਿਣਗੇ। ਸੋ ਇਹ ਬਜ਼ੁਰਗ ਚਿਹਰੇ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਉਮਰਾਂ ਦੇ ਵਿੱਚ ਇਹਨਾਂ ਭੋਲਾਪਨ ਤੇ ਇੱਕ ਉਮੀਦ ਇਹਨਾਂ ਅੱਖਾਂ ਦੇ ਵਿੱਚੋਂ ਝਲਕ ਰਹੀ ਹੈ। ਸੋ ਬਜ਼ੁਰਗਾਂ ਦੇ ਅਸੀਂ ਵੀ ਪੈਰੀ ਹੱਥ ਲਾਵਾਂਗੇ ਕਿ ਅਸੀਂ ਵੀ ਹਮੇਸ਼ਾ ਆਪਣਾ ਫਰਜ਼ ਨਿਭਾਉਂਦੇ ਰਹੀਏ। ਦੇਖਣ ਵਾਲੀਆਂ ਸੰਗਤਾਂ ਵੀ ਆਪਣਾ
ਫਰਜ਼ ਨਿਭਾਉਂਦੀਆਂ ਰਹਿਣ। ਸੋ ਬਜ਼ੁਰਗੋ, ਕਿਹੜੇ ਪਿੰਡ ਤੋਂ ਪਹੁੰਚੇ ਹੋ ਤੇ ਕਦੋਂ ਦੇ ਆਏ ਹੋ ਇੱਥੇ? ਮੇਰਾ ਜ਼ਿਲ੍ਹਾ ਫਿਰੋਜ਼ਪੁਰ ਆ ਜੀ। ਤਹਿਸੀਲ ਜੀਰਾ। ਤੇ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਪਹੁੰਚੇ ਹੋ? ਸਾਨੂੰ 27 ਤਰੀਕ ਨੂੰ ਇੱਥੇ ਆ ਗਏ ਸੀਗੇ, ਨਵੰਬਰ ਦੀ 27 ਨੂੰ। ਨਵੰਬਰ 27। ਹਾਂ, ਯਾਨੀ ਕਿ 2 ਮਹੀਨਿਆਂ ਤੋਂ ਆਬਾਦੀ ਹੋ ਗਿਆ। ਸੋ ਜਦੋਂ ਦਾ ਮੋਰਚਾ ਸ਼ੁਰੂ ਹੋਇਆ ਉਦੋਂ ਦੇ ਬਜ਼ੁਰਗ ਇੱਥੇ ਬੈਠੇ ਆ। 80 ਸਾਲ ਉਮਰ ਹੋਣੀ ਬਾਬਾ ਜੀ ਦਾ? 80 ਸਾਲ ਹਾਂ। ਸੋ ਕੀ ਤੁਹਾਨੂੰ ਇਹ ਸਰਕਾਰ ਦੀਆਂ ਨੀਤੀਆਂ, ਹੁਣ ਤਾਂ ਜਿਵੇਂ ਬਗਾਨਿਆਂ ਵਰਗਾ ਇੱਕ ਆਪਣੇ ਦੇਸ਼ ਤੋਂ ਵੱਖਰਾ ਸਾਨੂੰ ਨਾਗਰਿਕ ਨਹੀਂ ਸਮਝ ਰਹੇ ਦੇਸ਼ ਦਾ, ਇਹਨਾਂ ਦੀਆਂ ਨੀਤੀਆਂ ਵੇਖ ਕੇ ਤੁਹਾਨੂੰ ਕਿਵੇਂ ਲੱਗਦਾ, ਕੀ ਮਹਿਸੂਸ ਹੁੰਦਾ? ਕਾਰਪੋਰੇਟ ਘਰਾਣੇ ਸਾਨੂੰ ਲੁੱਟਣ ਨੂੰ ਤਿਆਰ ਆ ਜੀ। ਜੇ ਬਚਾਊ ਤੇ ਰੱਬ ਬਚਾਊ। ਸੋ ਇਸ ਚੁੱਪ ਦੇ ਵਿੱਚੋਂ, ਇਸ ਖਾਮੋਸ਼ੀ ਦੇ ਵਿੱਚੋਂ ਹਜ਼ਾਰਾਂ ਹੀ ਸਵਾਲ ਨਿਕਲ ਕੇ ਆਉਂਦੇ ਆ। ਸੋ ਇਹ ਟਿਕਰੀ ਬਾਰਡਰ ਦੀਆਂ ਝਲਕੀਆਂ ਸੀ। ਨਾਲ ਹੀ ਸਾਡੀਆਂ ਮਾਤਾਵਾਂ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ ਜਿਹੜਾ ਉਹ ਚਾਲੂ ਕਰ ਰਹੀਆਂ ਨੇ, ਤੇ ਸਾਰਿਆਂ ਦੀ ਮੌਜੂਦਗੀ ਇੱਥੇ ਬਹੁਤ ਹੀ ਜ਼ਰੂਰੀ ਹੈ। ਸੋ ਇਹ ਸਾਡੀਆਂ ਭਾਵਨਾਵਾਂ ਹਮੇਸ਼ਾ ਅੱਗੇ ਵਧਦੀਆਂ ਰਹਿਣ ਤੇ ਹਮੇਸ਼ਾ ਸੱਚ ਵੱਲ ਵਧਣ, ਤਾਂ ਕਿ ਜਿਹੜੀ ਜਿੱਤ ਦੀ ਬੁਲੰਦੀ ਹੈ ਉਹਨੂੰ ਛੂਹ ਕੇ ਇਹ ਸਾਰੇ ਵੀਰ ਆਪਣੇ ਪਿੰਡ ਮੁੜ ਸਕਣ। ਸੋ ਇਹ ਸਨ ਅੱਜ ਟਿਕਰੀ ਬਾਰਡਰ ਦੀਆਂ ਤਸਵੀਰਾਂ। ਉਮੀਦ ਕਰਦੇ ਹਾਂ ਕਿ ਇਹ ਤਸਵੀਰਾਂ ਦੇਖ ਕੇ, ਟਿਕਰੀ ਬਾਰਡਰ ਦਾ ਹਾਲ ਚਾਲ ਦੇਖ ਕੇ ਤੁਸੀਂ ਚੜ੍ਹਦੀ ਕਲਾ 'ਚ ਵੀ ਆਓਗੇ, ਤੇ ਨਾਲ ਦੀ ਨਾਲ ਜਿਹੜੀਆਂ ਦੁਆਵਾਂ ਨੇ ਉਹ ਅਸੀਂ ਸਮਝਦੇ ਹਾਂ ਕਿ ਤੁਹਾਡੇ ਮੂੰਹੋਂ ਜ਼ਰੂਰ ਨਿਕਲਣ ਇਹਨਾਂ ਕਿਸਾਨਾਂ ਵਾਸਤੇ ਤੇ ਇਸ ਸੰਘਰਸ਼ ਵਾਸਤੇ। ਸੰਗਤ ਟੈਲੀਵਿਜ਼ਨ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੀਰ ਜੀ ਇਹ ਗੱਲ ਆਨੇ, ਕੋਈ ਗੱਲ ਏਡੀ ਖਾਸ ਹੈ ਨਹੀਂ ਗੀ, ਤੋ ਮੋਦੀ ਸਾਹਿਬ ਨੂੰ ਜਲਦੀ ਤੋਂ ਜਲਦੀ ਇਹ ਕੰਮ ਫਤਿਹ ਕਰ ਦੇਣਾ ਚਾਹੀਦਾ। ਇਨਸਾਨੀਅਤ ਤਾਂ ਹੀ ਆ ਬਜ਼ੁਰਗ ਜਿਹੜੇ ਵਿਚਾਰੇ ਬੈਠੇ ਏਡੀ ਸੋਭਾ ਨਹੀਂ ਪਾਉਂਦੇ, ਇਹਨਾਂ ਵੀ ਚਲੇ ਜਾਣਾ, ਮੋਦੀ ਨੇ ਵੀ ਚਲੇ ਜਾਣਾ, ਅਸੀਂ ਵੀ ਚਲੇ ਜਾਣਾ, ਤੇ ਜਿਹੜਾ ਕੰਮ ਸੋਭਾ ਵਾਲਾ ਹੀ ਹੈ। ਇਹਨੂੰ ਜਲਦੀ ਤੋਂ ਜਲਦੀ ਕਾਲੇ ਕਾਨੂੰਨ ਜਿਹੜੇ ਨਾ ਵਾਪਸ ਲਓ ਭਾਈ। ਐਵੇਂ ਨਾ ਕਰੇ ਮੋਦੀ ਸਾਹਿਬ, ਤੇਰਾ ਭਲਾ ਹੋਵੇ, ਤੇਰੇ ਬੱਚੇ ਜਾਣ, ਐ ਨਾ ਕਰ। ਤੇ ਅਸੀਂ ਵਾਰੀ ਦੁਨੀਆ ਤੇ ਨਹੀਂ ਆਉਣਾ, ਇਹ ਕੰਮ ਨੂੰ ਜਲਦੀ ਤੋਂ ਜਲਦੀ ਸਾਫ਼ ਕਰੋ, ਇਹ ਵਿਚਾਰੇ ਘਰਾਂ ਨੂੰ ਜਾਣ। ਇਹਨਾਂ ਦੇ ਨਿੱਕੇ ਨਿੱਕੇ ਪੋਤੇ, ਦਾਦਾ ਕਦੋਂ ਆਊਗਾ, ਬਾਪੂ ਕਦੋਂ ਆਊਗਾ, ਡੀਕਦੇ ਕੋਈ ਵਾਧੂ ਨਹੀਂ ਹੈਗੇ। ਹਾਂ, ਤੇ ਇਸ ਕਰਕੇ ਮੋਦੀ ਸਾਹਿਬ ਤੇ ਇਹਦੇ ਅੱਗੇ ਬੇਨਤੀ ਆ ਭਾਈ, ਇਹਨੂੰ ਇਹ ਕਾਲੇ ਆਪਣੇ ਕਾਨੂੰਨਾਂ ਨੂੰ ਰੱਦ ਕਰ ਭਾਈ। ਇਹ ਗੱਲ ਬਹੁਤ ਮਾੜੀ ਆ, ਇਹ ਕੋਈ ਨਿਸ਼ਾਨੀਅਤ ਨਹੀਂ ਹੈਗੀ। ਸਾਨੂੰ ਇਸ ਗੱਲ ਦਾ ਬਹੁਤ, ਅਸੀਂ ਹੁਣ ਘਰੇ ਨੂੰਹਾਂ ਨੂੰ ਛੱਡ ਕੇ ਆਈਆਂ, ਕੱਲ ਨੂੰਹ ਵਿਆਹੀ, ਉਹ ਵਿਚਾਰੀ ਕੀ ਜਾਣਦੀ, ਤੇ ਉਹ ਵਿਚਾਰੀਆਂ ਕਿਵੇਂ ਘਰੇ ਦਾ ਕੰਮ ਕਰਦੀਆਂ। ਸਾਨੂੰ ਇਸ ਗੱਲ ਦਾ ਬੜਾ ਗਿਲਾ, ਪਰ ਮਜਬੂਰੀ ਨੂੰ ਅਸੀਂ ਆਈਆਂ ਵੀ ਜਦੋਂ ਸਾਡੇ ਬਾਪੂ ਵਿਚਾਰੇ ਬੈਠੇ ਨੇ, ਇਹ ਹੱਥ ਛੱਡਦੇ ਫਿਰਦੇ ਚੰਗੇ ਲੱਗਦੇ, ਅਸੀਂ ਤਾਂ ਕਰਕੇ ਆਇਆ। ਇਹੋ ਹੀ ਮੋਦੀ ਸਾਹਿਬ ਨੂੰ ਸਾਡੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਮੁੜਾਂਗੇ ਤਾਂ ਹੱਕ ਲੈ ਕੇ ਮੁੜਾਂਗੇ, ਝੂਠੀ ਅਫਵਾਹੋਂ ਸੇ ਬਚੇ। ਸੋ ਲੰਗਰ ਪ੍ਰਸ਼ਾਦੇ ਦੀ ਸੇਵਾ ਨਿਰੰਤਰ ਇੱਥੇ ਚੱਲ ਹੀ ਰਹੀ ਹੈ, ਨਾਮ ਸਿਮਰਨ ਚੱਲ ਰਿਹਾ ਹੈ। ਤਨ ਦੀ ਖੁਰਾਕ ਦੇ ਨਾਲ ਨਾਲ ਰੂਹ ਦੀ ਖੁਰਾਕ ਵੀ ਜਿਹੜੀ ਉਹ ਮਹਾਂਪੁਰਖਾਂ ਦੇ ਬਚਨਾਂ ਦੇ ਤਹਿਤ ਪੂਰੀ ਹੋ ਰਹੀ ਹੈ, ਤੇ ਪੰਗਤਾਂ ਸਜੀਆਂ ਹੋਈਆਂ ਨੇ। ਕਿਸਾਨ ਭਰਾ, ਮਜ਼ਦੂਰ ਭਰਾ, ਹਰ ਕੋਈ ਉਹ ਇਨਸਾਨ ਜਿਹੜਾ ਵੀ ਹਾਜ਼ਰੀ ਲਵਾਉਣ ਇੱਥੇ ਪਹੁੰਚਿਆ, ਉਹ ਆਪਣੇ ਪੇਟ ਦੀ ਪੂਰਤੀ ਵਾਸਤੇ, ਆਪਣੇ ਤਨ ਦੀ ਪੂਰਤੀ ਵਾਸਤੇ ਜਿਹੜੀ ਇੱਥੇ ਖੁਰਾਕ ਛਕ ਰਿਹਾ, ਤੇ ਨਾਲ ਹੀ ਬੜੇ ਸੋਹਣੇ ਸੁਨੇਹੇ ਮਹਾਂਪੁਰਖਾਂ ਵੱਲੋਂ ਇੱਥੇ ਦਿੱਤੇ ਜਾ ਰਹੇ ਆ, ਪ੍ਰਬੰਧਕਾਂ ਵੱਲੋਂ ਦਿੱਤੇ ਜਾ ਰਹੇ ਆ। ਬੋਰਡ ਲਗਾ ਕੇ ਆਪਾਂ ਪੜ੍ਹ ਸਕਦੇ ਹਾਂ ਕਿ ਅਸੀਂ ਮੁੜਾਂਗੇ ਤਾਂ ਹੱਕ ਲੈ ਕੇ ਮੁੜਾਂਗੇ, ਤੇ ਨਾਲ ਦੀ ਨਾਲ ਹੀ ਸੰਗਤ ਨੂੰ ਸੁਚੇਤ ਕਰਨ ਵਾਸਤੇ, ਝੂਠੀਆਂ ਅਫਵਾਹਾਂ ਤੋਂ ਬਚਣ ਵਾਸਤੇ ਵੀ ਇੱਕ ਜਿਹੜਾ ਲਿਖਤੀ ਬੋਰਡ ਹੈ ਉਹ ਇੱਥੇ ਟੰਗਿਆ ਹੋਇਆ ਆਪਾਂ ਪੜ੍ਹ ਸਕਦੇ ਹਾਂ। ਸੋ ਇਹ ਟਿਕਰੀ ਬਾਰਡਰ ਦੀਆਂ ਤਸਵੀਰਾਂ, ਜਿਹੜਾ ਪ੍ਰਬੰਧ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ, ਬਾਬਾ ਮਹਿੰਦਰ ਸਿੰਘ ਜੀ, ਕਾਰ ਸੇਵਾ ਸ਼੍ਰੀ ਤਰਨਤਾਰਨ ਸਾਹਿਬ ਵਾਲੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ, ਸ਼ਾਹਬਾਦ ਮਾਰਕੰਡਾ, ਉਹਨਾਂ ਵੱਲੋਂ ਉਹਨਾਂ ਦੇ ਪ੍ਰਬੰਧ ਦੇ ਅਧੀਨ, ਉਹਨਾਂ ਦੀ ਦੇਖ ਰੇਖ ਦੇ ਅਧੀਨ ਜਿਹੜੀਆਂ ਇਹ ਟਿਕਰੀ ਬਾਰਡਰ ਦੇ ਉੱਤੇ ਸੇਵਾਵਾਂ ਚੱਲ ਰਹੀਆਂ ਨੇ, ਉੱਥੇ ਆਪਾਂ ਪਹੁੰਚੇ ਹਾਂ। ਸੋ ਸੰਗਤਾਂ ਨਿਹਾਲ ਹੋ ਰਹੀਆਂ ਨੇ ਤੇ ਚੜ੍ਹਦੀ ਕਲਾ ਦੇ ਗੀਤ ਗਾ ਰਹੀਆਂ ਨੇ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ
ਸੰਗਤ ਜੀ ਨਾਲ ਸੇਵਾ ਚੱਲ ਰਹੀ ਹੈ, ਨਾਲ ਸਿਮਰਨ ਚੱਲ ਰਿਹਾ। ਸੋ ਇੱਥੋਂ ਤੁਸੀਂ ਸਮਝ ਸਕਦੇ ਹੋ ਕਿ ਮਹਾਂਪੁਰਖਾਂ ਦੀ ਛਤਰ ਛਾਇਆ ਦੇ ਹੇਠ ਆਪਾਂ ਟਿਕਰੀ ਬਾਰਡਰ ਦੇ ਉੱਤੇ ਖੜੇ ਹਾਂ ਤੇ ਮਹਾਂਪੁਰਖਾਂ ਵੱਲੋਂ ਹੀ ਚਲਾਏ ਜਾ ਰਹੇ ਲੰਗਰ ਦੇ ਉੱਤੇ ਇਸ ਸਮੇਂ ਆਪਾਂ ਮੌਜੂਦ ਹਾਂ, ਜੋ ਕਿ ਇੱਥੇ ਸੇਵਾਦਾਰ ਸਾਹਿਬ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ। ਹਾਂਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਲੰਗਰਾਂ ਦੀ ਸੇਵਾ ਬਾਬਾ ਜਗਤਾਰ ਸਿੰਘ ਜੀ ਤਨਤੋਰ ਵਾਲੇ, ਬਾਬਾ ਗੁਰਮੀਤ ਸਿੰਘ ਜੀ, ਬਾਬਾ ਮਹਿੰਦਰ ਸਿੰਘ ਜੀ, ਸ਼ਾਹਬਾਦ ਮਾਰਕੰਡਾ, ਤਕਰੀਬਨ ਪਿਛਲੇ ਜਦੋਂ ਤੋਂ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਚੱਲ ਰਹੀਆਂ ਨੇ। ਸਰਕਾਰ ਦੀ ਵਿਉਂਤਬੰਦੀ ਜੀ ਬਹੁਤ ਮਾੜੀ ਹੈ ਇਸ ਵੇਲੇ। ਹੁਣ ਚਾਹੀਦਾ ਹੈ ਵੀ ਜ਼ਿਮੀਂਦਾਰ ਇਸ ਵੇਲੇ ਜਿੰਨੀ ਠੰਡ ਜਾ ਬਿਜਲੀ ਬੰਦ ਕਰ ਦਿੱਤੀ ਗਈ ਜੀ, ਇੱਥੋਂ ਦੀ ਨੈੱਟ ਬੰਦ ਕੀਤੇ ਨੂੰ ਅੱਜ 15 ਦਿਨ ਹੋ ਗਏ ਨੇ। ਪਾਣੀ ਦੀ ਸਪਲਾਈ ਬੰਦ ਕੀਤੀ ਆ। ਜੋ ਸਫਾਈ ਕਰਮਚਾਰੀ ਸੀ ਅੱਜ ਤੋਂ 8 ਦਿਨ ਪਹਿਲਾਂ ਸਫਾਈ ਕਰਮਚਾਰੀ ਕੋਈ ਨਹੀਂ ਇੱਥੇ ਆ ਰਿਹਾ। ਸਾਰੇ ਕਿਸਾਨ ਆਪਣੀ ਸਫਾਈ ਆਪ ਕਰ ਰਹੇ ਆ ਜੀ। ਤੇ ਬਾਬਾ ਜੀ ਇੱਥੇ ਵਸਤੂਆਂ ਲੋੜੀ ਦੀਆਂ ਜਿਵੇਂ ਪਾਣੀ ਹੋ ਗਿਆ ਜਾਂ ਰਾਸ਼ਨ ਹੋ ਗਿਆ, ਉਹ ਲਿਆਉਣ ਦੇ ਵਿੱਚ ਵੀ ਸਰਕਾਰ ਮੁਸ਼ਕਲਾਂ ਖੜੀਆਂ ਕਰ ਰਹੀ ਹੈ ਜੀ। ਉਹਦੇ ਬਾਰੇ ਤੁਸੀਂ ਫਿਰ ਕਿਵੇਂ ਪ੍ਰਬੰਧ ਚਲਾ ਰਹੇ ਹੋ? ਬਸ ਬਾਬਾ ਜੀ ਆਪਣੇ ਟੈਂਕਰ ਰੱਖੇ ਆ। ਆਪਣੇ ਟੈਂਕਰ ਰੱਖੇ ਨੇ ਜੀ, ਨਾਲ ਪਾਣੀ ਦੇ ਸਾਧਨ ਲੈ ਕੇ ਆਉਂਦੇ ਨੇ, ਉਹ ਭਰ ਲਈਦੇ ਨੇ ਤੇ ਸੰਗਤ ਨੂੰ ਵਰਤਾਈ ਜਾਂਦੇ। ਤੇ ਜਿਹੜਾ ਬੱਤੀ ਦਾ ਪ੍ਰਬੰਧ ਉਹ ਕਿਸ ਤਰ੍ਹਾਂ ਚੱਲ ਰਿਹਾ? ਬੱਤੀ ਦਾ ਪਹਿਲਾਂ ਕੱਟ ਦਿੱਤੀ ਸੀ ਜੀ, ਫਿਰ ਅਸੀਂ ਆਪ ਹੀ ਇੱਥੋਂ ਦੇਖ ਕੇ ਕਿਤੇ ਨੇੜੇ ਜੈਂਪਰ ਲਾ ਲਿਆ ਸੀ ਤੇ ਅਜੇ ਪਰਾਂ ਪਿੱਛੇ ਹੈ ਵੀ ਨਹੀਂ ਕਿਸੇ ਪਾਸੇ ਬੱਤੀ। ਅੱਛਾ, ਬੱਤੀ ਪਿੱਛੇ ਹੈ ਨਹੀਂ ਕਿਤੇ? ਪਿੱਛੇ ਹੈ ਨਹੀਂ, ਇੱਥੇ ਨੇੜੇ ਆ ਥੋੜਾ ਜਿਹਾ ਲਾਈਟ ਤੇ ਆਪਣਾ ਹੀ ਪ੍ਰਬੰਧ ਕੀਤਾ? ਹਾਂਜੀ ਹਾਂ, ਆਪਣਾ ਪ੍ਰਬੰਧ ਹੈ। ਜਨਰੇਟਰ ਰੱਖਿਆ ਹੈ ਜੀ, ਲਾ ਕੇ ਬੱਤੀ ਚਾਲੂ। ਫਿਰ ਬੱਤੀ ਦਾ ਵੀਰ ਜੀ ਕਿੱਦਾਂ ਪ੍ਰਬੰਧ ਕਰਦੇ ਹੋ? ਬੱਤੀ ਦਾ ਪ੍ਰਬੰਧ ਜੀ ਅਸੀਂ ਆਪਣਾ ਜਨਰੇਟਰ ਨਾਲ ਲੈ ਕੇ ਆਂਦਾ ਜੀ ਬਾਬਾ ਜੀ ਇਹਨਾਂ ਨੇ, ਤੇ ਉਹ ਰੱਖਿਆ ਪੱਕਾ ਹੀ। ਜੇ ਕੋਈ ਲੋੜ ਪੈਂਦੀ ਹੈ ਤਾਂ ਅਸੀਂ ਆਪਣਾ ਜਨਰੇਟਰ ਚਲਾ ਕੇ ਜੋ ਵੀ ਬਿਜਲੀ ਦੇ ਕੰਮ ਲੈਂਦੇ ਆ, ਉਹ ਜਨਰੇਟਰ ਲਾ ਕੇ ਅਸੀਂ ਆਪਣਾ ਕੰਮ ਚਲਾ ਲੈਂਦੇ ਆ ਜੀ। ਤੇ ਆਹ ਵੇਖੋ, ਜੇ ਨੈੱਟ ਚੱਲ ਨਹੀਂ ਰਹੇ, ਮਾੜੀਆਂ ਨੀਤੀਆਂ ਨੇ ਹਰਿਆਣਾ ਤੇ ਇਹਦੀਆਂ ਕੇਂਦਰ ਸਰਕਾਰ ਦੀਆਂ, ਟੋਏ ਪੱਟੇ ਏਡੇ ਸਰੀਏ ਲਾ ਦਿੱਤੇ ਗਏ ਨੇ ਵੀ ਅੰਦਰ ਕੋਈ ਵੜੇ ਨਾ। ਕਿਉਂ? ਅਸੀਂ ਆਪਣਾ ਹੱਕ ਲੈਣ ਆਏ ਆ, ਖੋਣ ਨਹੀਂ ਆਏ। ਕਿਸਾਨ ਆ ਅਸੀਂ, ਤੇ ਅਸੀਂ ਸੜਕਾਂ 'ਤੇ ਰੁਲ ਰਹੇ ਆ। ਇਹ ਸਰਕਾਰ ਨੂੰ ਦਿਸ ਨਹੀਂ ਰਿਹਾ, ਅਸੀਂ ਉਹ ਤੇ ਹੈ ਨਹੀਂ। ਸੰਘਰਸ਼ ਸਾਡਾ ਜਾਰੀ ਹੈ ਜੀ। ਸਰਕਾਰ ਨੂੰ ਵੀ ਤੇ ਹੱਥ ਜੋੜ ਕੇ ਸਾਡੀ ਬੇਨਤੀ ਰਹੇਗੀ ਜੀ, ਕਿਉਂਕਿ ਜਿਹੜੇ ਸਾਡੇ ਕਿਸਾਨ ਵੀਰ ਬੜੇ ਲੰਬੇ ਸਮਾਂ ਤੋਂ ਅਸੀਂ ਇੱਥੇ ਬੈਠੇ ਹਾਂ ਜੀ, ਤੇ ਜਿਹੜੀ ਉਹਨਾਂ ਨੇ ਹੁਣ ਮੁਹਿੰਮ ਚਲਾਈ ਹੈ, ਭਾਵੇਂ ਉਹ ਇੰਟਰਨੈਟ ਦੀ ਹੈ, ਭਾਵੇਂ ਉਹ ਪਾਣੀ ਦੀ ਹੈ, ਕਿਉਂਕਿ ਉਹ ਸਾਨੂੰ ਬੜੀ ਦਿੱਕਤਾਂ ਖੜੀ ਕਰ ਰਹੇ ਨੇ। ਤੇ ਉਸ ਤੋਂ ਬਾਵਜੂਦ ਵੀ ਜਿਹੜੇ ਸਾਡੇ ਬਜ਼ੁਰਗ ਨੇ, ਜਿਹੜੇ ਸਾਡੇ ਨੌਜਵਾਨ ਸਾਥੀ ਨੇ, ਅਸੀਂ ਇੱਥੇ ਡਟੇ ਹੋਏ ਹਾਂ। ਤੇ ਸਾਨੂੰ ਲੱਗਦਾ ਵੀ ਇਹ ਸੰਘਰਸ਼ ਜਦੋਂ ਤੱਕ ਸਰਕਾਰ ਨਹੀਂ ਮੰਨੇਗੀ, ਅਸੀਂ ਇੱਥੇ ਡਟੇ ਰਵਾਂਗੇ। ਬੜੀ ਗੁਰੂ ਮਹਾਰਾਜ ਦੀ ਕਿਰਪਾ, ਜਿਹੜੇ ਸਾਡੇ ਬਜ਼ੁਰਗ ਨੇ ਸਾਨੂੰ ਬਹੁਤ ਵਧੀਆ ਲੀਡ ਕਰ ਰਹੇ ਨੇ। ਤੇ ਸਾਡੀ ਵੀ ਸਰਕਾਰ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਛੇਤੀ ਤੋਂ ਛੇਤੀ ਇਹਨਾਂ ਕਾਨੂੰਨਾਂ ਨੂੰ ਰੱਦ ਕਰੋ ਤੇ ਜਿਹੜੀ ਸਾਡੀ ਇਹਦੇ 'ਚ ਹੱਕ 'ਚ ਉਹ ਜੀਤ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਂ ਰੰਘਰੇਟੇ ਗੁਰੂ ਦੇ ਬੇਟੇ ਪਰਿਵਾਰ ਨਾਲ ਸੰਬੰਧ ਰੱਖਦਾ। ਜਿੰਨਾ ਵੀ ਸਾਡਾ ਤੁਹਾਡੇ ਮਾਧਿਅਮ ਰਾਹੀਂ ਰੰਘਰੇਟਾ ਪਰਿਵਾਰ ਹੈ, ਜਿੱਥੇ ਵੀ ਬੈਠਾ, ਤਾਂ ਸਾਨੂੰ ਵੱਧ ਤੋਂ ਵੱਧ ਕਿਸਾਨ ਭਰਾਵਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ। ਜਿਹੜਾ ਕੋਈ ਨਹੀਂ ਆਇਆ ਇੱਥੇ ਜ਼ਰੂਰ ਪਹੁੰਚੋ, ਇਹਨਾਂ ਦਾ ਸਹਿਯੋਗ ਦਿਓ। ਜੇ ਕਿਸਾਨ ਹੈ ਤਾਂ ਮਜ਼ਦੂਰ ਹੈ, ਜੇ ਕਿਸਾਨ ਬਚੂ ਤਾਂ ਅਸੀਂ ਸਾਰੇ ਬਚਾਂਗੇ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਰੰਘਰੇਟੇ ਗੁਰੂ ਦੇ ਬੇਟੇ ਪਰਿਵਾਰ ਨੂੰ। ਮੈਂ ਵੀ ਇੱਕ ਰੰਘਰੇਟੇ ਪਰਿਵਾਰ ਨਾਲ ਸੰਬੰਧ ਰੱਖਦਾ। ਮਨ ਤਨ ਨਾਲ ਅਸੀਂ ਇਸ ਕਿਸਾਨਾਂ ਦੇ ਨਾਲ ਜੁੜ ਕੇ ਰਹਾਂਗੇ, ਆਖਰੀ ਦਮ ਤੱਕ ਲੜਦੇ ਰਹਾਂਗੇ। ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਇਹ ਸਿੱਖਿਆ ਦਿੱਤੀ ਹੋਈ ਹੈਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।